किए खिन पीतर सगला रोग बिदारिया। अब हर राखण हार चितारिया। पतत पुनीत किए खिन पीतर सगला रोग बिदारिया। प्रहाव गोष्ठ पई साध कह संगम काम क्रोध लोभ मारिया। सिमर सिमर पूरन नारायण संगे सगने तारिया। औखद मंत्र मूल मन एक मन विश्वास प्रभ तारिया। चरण रेन बाचाए नित नानक पुनः पुनः बलहारिया। औखद मंत्र मूल मन एक मन विश्वास प्रभ तारिया। चरण रेन बांचाए नित नानक पुनः पुनः बलहारिया। वाहिगुरु जी का खालसा वाहिगुरु जी की फतेह। सतनाम वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। सगल द्वार कौ छाड़ कै गहयो तुहारो द्वार।
बाह गहे की लाज अस गोबिंद दास तुहार गई बहोड़ बंदी छोड़ निरंकार दुखदारी कर्म न जाना धर्म न जाना लोभी माया तारी नाम परयो भगत गोबिंद का एह राखो पैज तुम्हारी ज्यों बुलावह त्यों बोल है स्वामी कुदरत कवन हमारी साध संग नानक जस गायो साध संग नानक जस गायो जो प्रभ की अत प्यारी तू सुल्तान कहाँ हूँ मियाँ तेरी कवन वडाई जो तू देह सो कहाँ स्वामी मैं मूर्ख कहन ना जाई कर्महीन कूड़ियार मैं लोभी कामी बाम लाज रखो निज बिरद की लाज रखो निज बिरद की जगत कहे सिख नाम सतनाम वाहे गुरु साहिब जीओ तनासरी महला पंजवा अब हर राखन हार चितारिया पतित पुनीत किए खिन पीतर सगला रोग बिदारिया अब हर राखन हार चितारिया पतित पुनीत किए खिन पीतर
ਸਗਲਾ ਰੋਗ ਬਿਦਾਰਿਆ ਰਹਾਉ। ਗੋਸਟ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ। ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ। ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ। ਚਰਨ ਰੇਣ ਬਾਂਛੈ ਨਿਤ ਨਾਨਕ ਪੁਨః ਪੁਨః ਬਲਹਾਰਿਆ। ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ। ਚਰਨ ਰੇਨ ਬਾਂਛੈ ਨਿਤ ਨਾਨਕ ਪੁਨః ਪੁਨঃ ਬਲਹਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਵਰੂਪ ਸ਼ਬਦ ਗੁਰੂ ਚਵਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਸਰਬ ਕਲਾ ਸਮਰੱਥ ਗੁਰ ਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ। ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਪਵਿੱਤਰ ਅੰਮ੍ਰਿਤਮਈ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵੱਡੇ ਭਾਗ ਹਨ ਆਪ ਜੀ ਦੇ। ਗੁਰਮੁਖ ਪਿਆਰਿਆਂ ਕੋਲੋਂ ਆਪ ਜੀ ਨੇ ਧੁਰ ਕੀ ਅੰਮ੍ਰਿਤਮਈ ਪਵਿੱਤਰ ਗੁਰਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਅਤੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਗਰੀਬ ਨਵਾਜ ਕਿਰਪਾ ਕਰਨ, ਸਾਨੂੰ ਇਸੇ ਤਰ੍ਹਾਂ ਹੀ ਸਤ ਸੰਗਤ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਬਲ ਉਦਮ ਅਤੇ ਪ੍ਰੇਰਨਾ ਬਖਸ਼ਿਸ਼ ਕਰਦੇ ਰਹਿਣ, ਤਾਂ ਕਿ ਇਹ ਹੀਰੇ ਵਰਗਾ ਮਿਲਿਆ ਹੋਇਆ ਅਨਮੋਲ ਮਨੁੱਖਾ ਜਨਮ ਸਫਲ ਹੋ ਸਕੇ। ਆਸਾ ਕੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਨੇ ਧਨਾਸਰੀ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਉਚਾਰਨ ਕੀਤੇ ਹੋਏ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 674 ਉੱਤੇ ਸੁਭਾਏਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ
ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ। ਅੱਜ ਭਗਤ ਰਵਿਦਾਸ ਜੀ ਦਾ ਵੀ ਜਨਮ ਦਿਹਾੜਾ ਹੈ। ਆਪਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਉਹਨਾਂ ਦੀ ਪਵਿੱਤਰ ਬਾਣੀ ਔਰ ਉਹਨਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਵੀ ਕਰਨੀ ਹੈ। ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਅੰਦਰ ਆਪ ਸਾਰੀਆਂ ਸਿੱਖ ਸੰਗਤਾਂ ਨੂੰ, ਸਾਰੇ ਸਿੱਖ ਜਗਤ ਨੂੰ, ਸਾਰੇ ਮਨੁੱਖਤਾ ਨੂੰ ਦਾਸ ਵੱਲੋਂ ਬੇਅੰਤ ਬੇਅੰਤ ਵਧਾਈ ਹੋਵੇ। ਕਿਰਪਾ ਕਰਨ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲ ਸਕੀਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਭਗਤ ਰਵਿਦਾਸ ਜੀ ਦੀ ਪਵਿੱਤਰ ਰਸਨਾ ਰਾਹੀਂ ਉਚਾਰਨ ਕੀਤੇ ਹੋਏ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਹਨ, ਉਹਨਾਂ ਦੀ ਗਿਣਤੀ 40 ਹੈ ਅਤੇ 13 ਰਾਗਾਂ ਦੇ ਵਿੱਚ ਇਹ ਸ਼ਬਦ ਸੁਭਾਏਮਾਨ ਹਨ। ਸਮੁੱਚੀ ਇਹ ਬਾਣੀ ਵਿੱਚੋਂ ਜੋ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਹੈ ਨਿਰੰਕਾਰ ਦੀ ਉਪਾਸਨਾ ਕਰਦਿਆਂ ਕਰਦਿਆਂ ਨਾਲ ਨਾਲ ਧਰਮ ਦੀ ਕਿਰਤ ਕਰਨੀ, ਜੋ ਕਿ ਮਨੁੱਖ ਦੇ ਸਰੀਰਕ ਲੋੜਾਂ ਦੀ ਪੂਰਤੀ ਲਈ ਵੀ ਜ਼ਰੂਰੀ ਹੈ ਅਤੇ ਉਹ ਮਨੁੱਖ ਜਿਹੜੇ ਲੋੜਵੰਦ ਹਨ, ਜਿਨ੍ਹਾਂ ਨੂੰ ਜਨਮ ਤੋਂ ਹੀ ਕੋਈ ਹੱਥ ਪੈਰ ਪ੍ਰਾਪਤ ਨਹੀਂ ਹੋਏ ਜਾਂ ਬਾਅਦ ਵਿੱਚ ਜਨਮ ਲੈਣ ਤੋਂ ਬਾਅਦ ਕਿਸੇ ਹਾਦਸੇ ਦੇ ਸ਼ਿਕਾਰ ਹੋਣ ਕਰਕੇ ਉਹਨਾਂ ਦੇ ਹੱਥ ਪੈਰ ਜਾਂ ਨੇਤਰ ਚਲੇ ਜਾਂਦੇ ਹਨ, ਉਹਨਾਂ ਦੀ ਲੋੜਾਂ ਦੀ ਪੂਰਤੀ ਲਈ ਵੀ ਦਸਵੰਧ ਦੇ ਤੌਰ ਤੇ ਧਰਮ ਦੀ ਜ਼ਰੂਰੀ ਹੈ। ਇਸ ਲਈ ਭਗਤ ਰਵਿਦਾਸ ਜੀ ਨੇ ਕਿਰਤ ਕਰਦਿਆਂ ਆਪਣੇ ਪਰਿਵਾਰ ਦੀ ਲੋੜਾਂ ਦੀ ਪੂਰਤੀ ਕੀਤੀ ਤੇ ਲੋੜਵੰਦਾਂ ਦੀ ਵੀ ਸਹਾਇਤਾ ਕੀਤੀ ਤੇ ਨਾਲੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਨਾਲ ਨਾਲ ਪ੍ਰਮਾਤਮਾ ਦੀ ਬੰਦਗੀ ਨਾਲ ਵੀ ਜੁੜੇ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਅਖੌਤੀ ਉੱਚ ਜਾਤੀਆਂ ਦੀ ਨਿਗਾਹ ਦੇ ਵਿੱਚ ਨੀਚ ਜਾਤ ਵਾਲੇ ਮੰਨੇ ਗਏ ਹਨ ਔਰ ਜਿਨ੍ਹਾਂ ਦੇ ਸੰਬੰਧ ਵਿੱਚ ਇਸ ਤਰ੍ਹਾਂ ਦਾ ਉੱਚ ਜਾਤੀਆਂ ਦਾ ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਇਸ ਤਰ੍ਹਾਂ ਦਾ ਹੁਕਮ ਸੀ ਵੀ ਕੋਈ ਵੀ ਨੀਚ ਜਾਤੀ ਦਾ ਵਿਅਕਤੀ ਨਾ ਤਾਂ ਧਰਮ ਅਸਥਾਨ ਦੇ ਅੰਦਰ ਜਾ ਸਕਦਾ ਹੈ, ਨਾ ਧਾਰਮਿਕ ਲਿਬਾਸ ਪਹਿਨ ਸਕਦਾ ਹੈ ਜੋ ਉਸ ਵੇਲੇ ਧਾਰਮਿਕ ਲਿਬਾਸ ਮੰਨਿਆ ਜਾਂਦਾ ਸੀ। ਜਨੇਊ ਪਹਿਨਣਾ, ਮੱਥੇ ਤੇ ਤਿਲਕ ਲਗਾਉਣਾ, ਬੋਦੀ ਰੱਖਣੀ, ਧੋਤੀ ਬੰਨ੍ਹਣੀ, ਇਹ ਧਾਰਮਿਕ ਲਿਬਾਸ ਪਹਿਨਣ ਦਾ ਕੋਈ ਅਧਿਕਾਰ ਨਹੀਂ ਸੀ। ਧਰਮ ਅਸਥਾਨ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਸੀ, ਧਰਮ ਗ੍ਰੰਥ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਤੇ ਧਰਮ ਗ੍ਰੰਥ ਸੁਣਨ ਦਾ ਵੀ ਕੋਈ ਅਧਿਕਾਰ ਨਹੀਂ ਸੀ। ਉਸ ਸਮੇਂ ਦੇ ਵਿੱਚ ਭਗਤ ਰਵਿਦਾਸ ਜੀ ਨੇ ਧਰਮ ਦੀ ਕਿਰਤ ਕਰਦਿਆਂ ਧਰਮ ਕਮਾਇਆ ਔਰ ਉਸ ਨਿਰੰਕਾਰ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਕੇ ਉਹ ਉੱਚਾ ਮੁਰਾਤਬਾ ਪ੍ਰਾਪਤ ਕੀਤਾ ਜਿਹੜਾ ਕਿ ਉੱਚ ਜਾਤੀਆਂ ਦੇ ਉਸ ਵੇਲੇ ਦੇ ਖਾਸ ਕਰਕੇ ਧਰਮ ਸਥਾਨ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਪ੍ਰਾਪਤ ਨਹੀਂ ਹੋ ਸਕਿਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਗਤ ਰਵਿਦਾਸ ਜੀ ਦੇ ਸਤਿਕਾਰ ਵਜੋਂ ਉਪਮਾ ਕਰਦਿਆਂ ਇਹ ਬਚਨ ਉਚਾਰਨ ਕੀਤਾ ਜੋ ਸਾਰੀ ਮਨੁੱਖਤਾ ਲਈ ਬਹੁਤ ਇੱਕ ਸੁੰਦਰ ਸੇਧ ਦੇਣ ਵਾਲਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਿਤ ਜਾਤ ਉਤਮ ਭਇਆ। ਹੁਣ ਇਹ ਪਤਿਤ ਜਾਤ ਜੋ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਭਗਤ ਰਵਿਦਾਸ ਜੀ ਦੇ ਸੰਬੰਧ ਵਿੱਚ ਬਚਨ ਲਿਖਿਆ,
ਇਹਦਾ ਮਤਲਬ ਕਦਾਚਿਤ ਇਹ ਨਹੀਂ ਕਿ ਸਤਿਗੁਰੂ ਰਾਮਦਾਸ ਜੀ ਵੀ ਰਵਿਦਾਸ ਜੀ ਨੂੰ ਨੀਚ ਜਾਤੀ ਦਾ ਮੰਨ ਰਹੇ ਨੇ। ਇਹਦਾ ਭਾਵ ਅਰਥ ਕਿ ਲੋਕਾਂ ਦੀ ਨਿਗਾਹ ਵਿੱਚ ਜਿਹੜਾ ਰਵਿਦਾਸ ਪਤਿਤ ਜਾਤ ਦਾ ਹੈ, ਉਹਨੇ ਕੀ ਕੀਤਾ, ਪ੍ਰਮਾਤਮਾ ਦੇ ਨਾਮ ਨੂੰ ਆਰਾਧਿਆ ਤੇ ਉਹ ਸਾਰਿਆਂ ਤੋਂ ਉੱਤਮ ਹੋ ਗਿਆ, ਸ੍ਰੇਸ਼ਟ ਬਣ ਗਿਆ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਬ੍ਰਾਹਮਣ ਵੀ, ਖੱਤਰੀ ਵੀ, ਵੈਸ਼, ਸ਼ੂਦਰ, ਚਾਰ ਦੇ ਇਹ ਚਾਰ ਵਰਨ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਝੁਕ ਗਏ ਜਦੋਂ ਉਹਨਾਂ ਨੇ ਜਾਣਿਆ ਵੀ ਭਗਤੀ ਮਾਰਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਸਾਡੇ ਨਾਲੋਂ ਵੀ ਉੱਚਾ ਮੁਰਾਤਬਾ ਹੋ ਗਿਆ ਹੈ। ਉਹਨਾਂ ਨੇ ਭਗਤ ਰਵਿਦਾਸ ਜੀ ਦੇ ਕਈ ਅਜਿਹੇ ਕੌਤਕ ਵੇਖੇ, ਇਹੋ ਜਿਹੀ ਉੱਚੀ ਅਵਸਥਾ ਵੇਖੀ ਜਿਸ ਕਾਰਨ ਉਹਨਾਂ ਸਾਰਿਆਂ ਨੂੰ ਝੁਕਣਾ ਪਿਆ, ਔਰ ਉਹ ਝੁਕੇ ਜਿਹੜੇ ਰਵਿਦਾਸ ਜੀ ਦਾ ਪਰਛਾਵਾਂ ਲੈਣ ਲਈ ਤਿਆਰ ਨਹੀਂ ਸੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਆਖਿਆ, ਇਸ ਲਈ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ, ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਦਾ ਪਾਠ ਆਪਨੇ ਹੁਣੇ ਸਰਵਣ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਭਗਤ ਰਵਿਦਾਸ ਜੀ ਦੇ ਸਬੰਧ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰ ਨਾਨਕ ਦੇਵ ਗੋਬਿੰਦ ਰੂਪ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਕਹਿੰਦੇ ਰਵਿਦਾਸ ਨੇ ਉਸ ਉਪਮਾ ਤੋਂ ਰਹਿਤ ਪਰਮਾਤਮਾ ਨੂੰ ਧਿਆਇਆ ਜੋ ਖੰਡਾਂ ਬ੍ਰਹਮੰਡਾਂ ਦਾ ਸ੍ਰਿਸ਼ਟੀ ਦਾ ਮਾਲਕ ਹੈ, ਤੇ ਉਹ ਰਵਿਦਾਸ ਉਸ ਪਰਮਾਤਮਾ ਦਾ ਰੂਪ ਹੀ ਹੋ ਬੜਿਆ। ਕਿਉਂਕਿ ਹਰੀ ਦਾ ਜਿਹੜਾ ਭਗਤ ਹੈ ਉਹ ਹਰੀ ਵਰਗਾ ਹੋ ਜਾਂਦਾ ਹੈ, ਕਿਉਂਕਿ ਹਰੀ ਵਿੱਚ ਲੀਨ ਹੋ ਜਾਂਦਾ ਹੈ। ਪਾਤਸ਼ਾਹ ਜੀ ਨੇ ਬਾਣੀ ਵਿੱਚ ਕਥਨ ਕੀਤਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਨੁੱਖਾ ਦੇਹ ਕਰਕੇ ਕਹਿੰਦੇ ਫਰਕ ਨਾ ਸਮਝੋ, ਹਰੀ ਦਾ ਸੇਵਕ ਹਰੀ ਵਰਗਾ ਹੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏਂਦਾ। ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚੋਂ ਲਹਿਰ ਉੱਠਦੀ ਹੈ, ਉਹਨੂੰ ਆਪਾਂ ਲਹਿਰ ਨਾ ਦਿੱਤਾ, ਤਰੰਗ ਕਹਿ ਦਿੱਤਾ, ਪਰ ਹੁੰਦਾ ਉਹ ਪਾਣੀ ਹੀ ਹੈ। ਸਮੁੰਦਰ ਵਿੱਚੋਂ ਉੱਪਰ ਉੱਠਦਾ ਹੈ, ਉੱਠੇ ਹੋਏ ਪਾਣੀ ਨੂੰ ਤਰੰਗ ਕਹਿ ਦਿੰਦਾ, ਲਹਿਰ ਕਹਿ ਦਿੱਤਾ, ਪਰ ਫਿਰ ਉਹ ਲਹਿਰ ਦਾ ਪਾਣੀ ਸਮੁੰਦਰ ਵਿੱਚ ਹੀ ਸਮਾ ਜਾਂਦਾ ਹੈ, ਫਿਰ ਵੱਖ ਕਰਨਾ ਔਖਾ ਹੁੰਦਾ ਹੈ। ਇਸ ਕਰਕੇ ਹਰੀ ਦਾ ਸੇਵਕ ਹਰੀ ਦੀ ਰਜ਼ਾ ਦੇ ਵਿੱਚ ਸੰਸਾਰ ਵਿੱਚ ਆਉਂਦਾ ਹੈ, ਹਰੀ ਦਾ ਨਾਮ ਜਪਦਿਆਂ ਹਰੀ ਵਰਗਾ ਹੀ ਹੁੰਦਾ ਹੈ। ਭੱਟ ਕਲ ਸਹਾਰ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਹੈ, ਉਹਨਾਂ ਨੇ ਵੀ ਭਗਤ ਰਵਿਦਾਸ ਜੀ ਦੇ ਸੰਬੰਧ ਵਿੱਚ ਇਸ ਤਰ੍ਹਾਂ ਆਖਿਆ, ਗੁਣ ਗਾਵੇ ਰਵਿਦਾਸ ਭਗਤ, ਜੈ ਦੇਵ ਤਰਲੋਚਨ। ਨਾਮਾ ਭਗਤ ਕਬੀਰ, ਗਾਵਹਿ ਸਮਲੋਚਨ। ਕਹਿੰਦੇ ਰਵਿਦਾਸ ਭਗਤ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੇ ਨਾਲ ਹੀ ਉਸ ਵਾਂਗ ਨਾਮਦੇਵ ਜੀ ਗੁਣ ਗਾ ਰਹੇ ਨੇ, ਜੈਦੇਵ ਜੀ ਗੁਣ ਗਾ ਰਹੇ ਨੇ, ਕਬੀਰ ਜੀ ਗੁਣ ਗਾ ਰਹੇ ਨੇ। ਜਿਸ ਤਰ੍ਹਾਂ ਨਾਮਦੇਵ ਜੀ ਨੇ, ਕਬੀਰ ਜੀ ਨੇ, ਜੈਦੇਵ ਜੀ ਨੇ ਗੁਣ ਗਾਏ, ਉਵੇਂ ਹੀ ਪਰਮਾਤਮਾ ਦੇ ਭਗਤ ਰਵਿਦਾਸ ਜੀ ਨੇ ਪਰਮਾਤਮਾ ਦੇ ਗੁਣ ਗਾਏ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਦੇ ਸੰਬੰਧ ਦੇ ਅੰਦਰ ਇੱਕ ਸੰਤ ਕਰਮਦਾਸ ਨੇ ਕਿਤਾਬ ਲਿਖੀ ਹੈ, ਉਹਦੇ ਵਿੱਚ ਉਹ ਜਨਮ ਸੰਬੰਧੀ ਲਿਖਦੇ ਨੇ। ਉਹਨਾਂ ਨੇ ਦੋਹਾ ਲਿਖਿਆ, ਕਹਿੰਦੇ 1433 ਕੋ ਮਾਘ ਸੁਦੀ ਪੰਦਰਾਸ, ਦੁਖੀਓ ਕੇ ਕਲਿਆਣ ਹਿਤ, ਪ੍ਰਗਟੇ ਸ੍ਰੀ ਰਵਿਦਾਸ। ਉਹਨਾਂ ਨੇ ਇਹਦੇ ਵਿੱਚ ਸੰਮਤ ਲਿਖ ਦਿੱਤਾ,
ਵੀ 1433 ਮਾਘ ਸੁਦੀ ਤਰੀਕ 15 ਦਿਨ ਐਤਵਾਰ ਦੁਖੀਆਂ ਦੇ ਕਲਿਆਣ ਹਿਤ, ਦੁਖੀਆਂ ਦਾ ਦੁੱਖ ਦੂਰ ਕਰਨ ਲਈ ਸ੍ਰੀ ਰਵਿਦਾਸ ਜੀ ਪ੍ਰਗਟ ਹੋਏ, ਜਨਮ ਹੋਇਆ। ਇਹ ਉਹ ਸਮਾਂ ਸੀ ਕਿ ਜਦੋਂ ਉੱਚ ਜਾਤੀ ਦੇ ਮਨੁੱਖ ਆਪਣੇ ਘਰਾਂ ਦੇ ਵਿੱਚ ਕੁੱਤੇ, ਬਿੱਲੀਆਂ, ਮੱਝਾਂ, ਗਾਵਾਂ ਤਾਂ ਰੱਖਦੇ ਸੀ ਘਰਾਂ ਵਿੱਚ, ਪਰ ਇੱਕ ਸ਼ੂਦਰ ਜਾਤੀ ਦੇ ਵਿਅਕਤੀ ਨੂੰ ਘਰ ਦੇ ਸਾਹਮਣੇ ਖੜਨ ਦਾ ਵੀ ਅਧਿਕਾਰ ਨਹੀਂ ਸੀ। ਇਹ ਉਹ ਸਮਾਂ ਸੀ ਜਦੋਂ ਕੋਈ ਕੁੱਤਾ ਖੂਹ ਦੇ ਉੱਤੇ ਚੜ੍ਹ ਕੇ ਪਿਸ਼ਾਬ ਭਾਵੇਂ ਕਰ ਜਾਏ, ਪਰ ਉੱਚ ਜਾਤੀ ਦੇ ਮਨੁੱਖ ਪਤਿਤ ਜਾਤ, ਨੀਚ ਜਾਤੀ ਦੇ ਵਿਅਕਤੀ ਨੂੰ ਖੂਹ ਤੇ ਪਾਣੀ ਵੀ ਨਹੀਂ ਸੀ ਪੀਣ ਦਿੰਦੇ। ਇਹ ਭਗਤ ਰਵਿਦਾਸ ਜੀ ਨੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਇਹੋ ਜਿਹੇ ਉੱਚ ਜਾਤੀ ਜਿਹੜੇ ਅਖੌਤੀ ਸਨ, ਉਹਨਾਂ ਤੋਂ ਉੱਚੀ ਅਵਸਥਾ ਪ੍ਰਾਪਤ ਕੀਤੀ। ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਦਾ ਗਾਇਨ ਰਾਗੀ ਸਿੰਘ ਕਰ ਰਹੇ ਸੀ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਦੀਨ ਸ਼ਬਦ ਦਾ ਅਰਥ ਗਰੀਬ, ਤੇ ਦੀਨ ਸ਼ਬਦ ਦਾ ਅਰਥ ਕਈ ਥਾਵਾਂ ਤੇ ਧਰਮ ਵੀ ਹੁੰਦਾ ਹੈ। ਤੇ ਜਿਹੜਾ ਧਰਮ ਤੋਂ ਸੱਖਣਾ ਉਸ ਨੂੰ ਬੇਦੀਨਾ ਵੀ ਆਖਿਆ ਜਾਂਦਾ ਹੈ। ਕਬੀਰ ਜੀ ਦਾ ਇੱਕ ਸ਼ਲੋਕ ਹੈ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹਾਥ। ਧਰਮ ਗਵਾ ਲਿਆ, ਕਹਿੰਦੇ ਦੁਨੀਆ ਦੇ ਝੂਠੇ ਫੈਸ਼ਨਾਂ ਦੇ ਮਗਰ ਲੱਗ ਕੇ ਲੋਕਾਂ ਨੇ ਦੀਨ ਗਵਾ ਲਿਆ, ਧਰਮ ਗਵਾ ਲਿਆ। ਪਰ ਇੱਥੇ ਹਮ ਸਰ ਦੀਨ ਦਾ ਅਰਥ ਹੈ, ਕਹਿੰਦੇ ਮੇਰੇ ਵਰਗਾ ਕੋਈ ਗਰੀਬ ਨਹੀਂ। ਦਇਆਲ ਨਾ ਤੁਮ ਸਰ, ਹੇ ਦਾਤਿਆ ਤੇਰੇ ਵਰਗਾ ਕੋਈ ਦਿਆਲੂ ਨਹੀਂ ਹੈ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਤੋਰ ਦਾ ਅਰਥ ਹੈ ਤੇਰਾ, ਬਚਨੀ ਤੋਰ ਤੇਰੇ ਬਚਨਾਂ ਨੂੰ ਸੁਣਨ ਲਈ, ਮੋਰ ਮਨ ਮਾਨੈ ਮੇਰਾ ਮਨ ਮੰਨ ਰਿਹਾ ਹੈ, ਮੇਰਾ ਮਨ ਚਾਹੁੰਦਾ ਹੈ। ਜਨ ਕੋ ਪੂਰਨ ਦੀਜੈ, ਆਪਣੇ ਸੇਵਕ ਨੂੰ ਪੂਰਨਤਾ ਬਖਸ਼ੋ, ਧਰਮ ਦੇ ਵਿੱਚ, ਧਰਮ ਕਮਾਉਣ ਵਿੱਚ ਮੈਂ ਪੂਰਨ ਹੋ ਜਾਵਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਸ਼ਬਦ ਦੀ ਜੋ ਅਗਲੀ ਪੰਕਤੀ ਹੈ, ਹਉ ਬਲ ਬਲ ਜਾਉ ਰਮਈਆ ਕਾਰਨੇ, ਅਰ ਇਹ ਰਹਾਉ ਦੀ ਪੰਕਤੀ ਹੈ। ਕਾਰਨ ਕਵਨ ਅਬੋਲ, ਹੇ ਸੋਹਣੇ RAM ਜੀ ਮੈਂ ਤੇਰੇ ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਪਰ ਕਾਰਨ ਕਵਨ, ਕਿਹੜਾ ਕਾਰਨ ਹੈ? ਅਬੋਲ, ਤੁਸੀਂ ਮੇਰੇ ਨਾਲ ਬੋਲਦੇ ਨਹੀਂ। ਅਬੋਲ ਦਾ ਅਰਥ ਹੈ ਵੀ ਨਾ ਬੋਲਣਾ। ਭਗਤ ਰਵਿਦਾਸ ਜੀ ਕਹਿੰਦੇ ਨੇ ਫਿਰ ਇਸੇ ਸ਼ਬਦ ਦੇ ਅਖੀਰ ਵਿੱਚ, ਬਹੁਤ ਜਨਮ ਵਿਛਰੇ ਥੇ ਮਾਧੋ। ਮਾਧੋ ਪਰਮਾਤਮਾ ਦਾ ਨਾਮ ਹੈ। ਹੇ ਪਰਮਾਤਮਾ, ਮੈਂ ਬਹੁਤ ਜਨਮਾਂ ਤੋਂ ਤੇਰੇ ਤੋਂ ਵਿਛੜਿਆ ਚਲਿਆ ਆ ਰਿਹਾ ਹਾਂ। ਇਹ ਜਨਮ, ਇਹ ਜੋ ਮਨੁੱਖਾ ਜਨਮ ਹੁਣ ਮਿਲਿਆ ਹੈ ਪਰਮਾਤਮਾ ਦੇ ਨਾਮ ਜਪਣ ਦੇ ਲਈ, ਕਹਿੰਦੇ ਇਹ ਜਨਮ ਤੇਰੇ ਲੇਖੇ ਲਾ ਦਿੱਤਾ। ਹੁਣ ਇਸ ਜਨਮ ਦੇ ਵਿੱਚ ਮੈਂ ਤੇਰਾ ਨਾਮ ਜਪ ਰਿਹਾ ਹਾਂ। ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਕਹਿੰਦੇ ਮੈਂ ਹੁਣ ਇਸ ਆਸ ਨਾਲ ਜੀ ਰਿਹਾ ਹਾਂ ਵੀ ਮੈਨੂੰ ਹੁਣ ਦਰਸ਼ਨ ਪ੍ਰਾਪਤ ਹੋਣਗੇ। ਚਿਰ ਭਇਓ, ਬਹੁਤ ਚਿਰ ਹੋ ਗਿਆ, ਪਹਿਲਾਂ ਦਰਸ਼ਨ ਦੇਖੇ ਸੀ, ਹੁਣ ਕਿਰਪਾ ਕਰੋ ਫੇਰ ਦਰਸ਼ਨ ਬਖਸ਼ੋ। ਰਵਿਦਾਸ ਜੀ ਨੇ ਨਿਰੰਕਾਰ ਦੀ ਬੰਦਗੀ ਕੀਤੀ। ਉਹੀ ਸਿਧਾਂਤ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਜੋ ਬਾਣੀ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ, ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਉਹ ਆਕਾਰ ਤੋਂ ਰਹਿਤ ਹੈ।
ਜਿਸ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜੋ ਮੂਲ ਮੰਤਰ ਦੇ ਵਿੱਚ ਸਹਿਭੰਗ ਸ਼ਬਦ ਆਇਆ ਹੈ, ਇਹਦਾ ਅਰਥ ਇਹ ਹੈ, ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਸ ਨੂੰ ਕੋਈ ਬਣਾਉਣ ਵਾਲਾ ਨਹੀਂ। ਉਹਦੀ ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ। ਥਾਪਿਆ ਨਾ ਜਾਏ, ਉਸ ਨੂੰ ਕਿਸੇ ਥਾਂ ਤੇ ਥਾਪਿਆ ਨਹੀਂ ਜਾ ਸਕਦਾ, ਟਿਕਾਇਆ ਨਹੀਂ ਜਾ ਸਕਦਾ। ਕੀਤਾ ਨਾ ਹੋਏ, ਉਹਨੂੰ ਬਣਾਇਆ ਵੀ ਨਹੀਂ ਜਾ ਸਕਦਾ। ਭਾਵ ਮੂਰਤੀ ਦੀ ਇੱਥੇ ਪੂਜਾ ਦਾ ਗੁਰੂ ਮਹਾਰਾਜ ਉਪਦੇਸ਼ ਦੇ ਰਹੇ ਨੇ ਵੀ ਮੂਰਤੀ ਦੀ ਪੂਜਾ ਨਹੀਂ ਕਰਨੀ। ਰਵਿਦਾਸ ਜੀ ਜਾਂ ਹੋਰ ਭਗਤ ਵੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਉਹਨਾਂ ਨੇ ਨਾ ਮੂਰਤੀ ਪੂਜਾ ਕੀਤੀ, ਨਾ ਮੂਰਤੀ ਪੂਜਾ ਕਰਨ ਦਾ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਵੀ ਮੂਰਤੀ ਪੂਜਾ ਤੋਂ ਉੱਪਰ ਉੱਠ ਕੇ ਨਿਰੰਕਾਰ ਦੀ ਪੂਜਾ ਦਾ ਉਪਦੇਸ਼ ਦਿੱਤਾ ਹੈ। ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਕਹਿੰਦੇ, ਦੂਧ ਤਾਂ ਬਛਰੈ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੁੱਧ ਕਹਿੰਦੇ ਸੁੱਚਾ ਨਹੀਂ ਹੈ। ਕਿਉਂ ਨਹੀਂ ਸੁੱਚਾ? ਕਹਿੰਦੇ ਬੱਚੇ ਨੇ ਮੂੰਹ ਨੂੰ, ਥਾਣਾ ਨੂੰ ਮੂੰਹ ਲਾ ਕੇ ਨਾ ਚੁੰਗ ਕੇ ਜੂਠਾ ਕਰ ਛੱਡਿਆ ਹੈ। ਹੇ ਗੋਬਿੰਦ, ਤੇਰੀ ਪੂਜਾ ਲਈ ਤਾਂ ਸੁੱਚੇ ਪਦਾਰਥ ਚਾਹੀਦੇ ਨੇ, ਤੇ ਇਹ ਜੂਠਾ ਦੁੱਧ ਮੈਂ ਤੇਰੇ ਅਰਪਣ ਨਹੀਂ ਕਰ ਸਕਦਾ। ਫਿਰ ਆਪਾਂ ਫੁੱਲ ਅਰਪਣ ਕਰਦੇ ਆ। ਕਹਿੰਦੇ ਮੈਂ ਫੁੱਲ ਵੀ ਨਹੀਂ ਅਰਪਣ ਕਰ ਦਿੱਤਾ, ਫੁੱਲ ਵੀ ਸੁੱਚੇ ਨਹੀਂ, ਕਿਉਂਕਿ ਜਦੋਂ ਫੁੱਲ ਡਾਲੀ ਨਾਲ ਲੱਗਿਆ ਹੋਇਆ ਸੀ, ਭੌਰੇ ਨੇ ਆ ਕੇ ਡਾਲੀ ਤੇ ਬੈਠ ਕੇ ਫੁੱਲ ਦੀ ਸੁਗੰਧੀ ਪਹਿਲਾਂ ਹੀ ਲੈ ਲਈ ਹੈ। ਭੌਰੇ ਨੇ ਇਹ ਵੀ ਜੂਠਾ ਕਰ ਛੱਡਿਆ ਹੈ। ਜਲ, ਜੋ ਆਪਾਂ ਜਲ ਵਿੱਚ ਦੁੱਧ ਪਾ ਕੇ ਕੱਚੀ ਲੱਸੀ ਬਣਾ ਕੇ ਇਸ਼ਨਾਨ ਕਰਾਉਂਦੇ ਆ, ਕਹਿੰਦੇ ਜਲ ਵੀ ਸੁੱਚਾ ਨਹੀਂ, ਜਲ ਵੀ ਮੀਨ ਨੇ, ਮੱਛੀ ਨੇ ਵਿਗਾੜ ਕੇ ਰੱਖ ਦਿੱਤਾ ਹੈ। दूध तां बछर है, थनो थन तो ही बिटारियो, फूल भवर जल मीन बिगारियो। मैं किवें तेरी पूजा करा, माई गोबिंद पूजा कहां लै चरावो, अवर न फूल अनूप न पावो। सतगुरु गुरु अर्जन देव महाराज जी भी ये गल कर रहे ने। मैं तां बेनती कर रहा ताकि भगत रविदास जी का सिद्धांत, गुरु साहिबाना का सिद्धांत एक है, सानू इस गल की समझ आ जाए। गुरु अर्जन देव महाराज कहते ने, भरम भूले अज्ञानी अंधले, भ्रम भ्रम भूल तोरावै, निर्जीओ पूजै मड़ा सरेव है, सब बिरथी घाल गवावै। ਜਿਹੜੇ ਕਹਿੰਦੇ ਫੁੱਲ ਤੋੜ ਕੇ ਕਿਸੇ ਮੂਰਤੀ ਨੂੰ ਭੇਟਾ ਕਰ ਰਹੇ ਨੇ, ਉਹ ਅਗਿਆਨੀ ਨੇ, ਭਰਮ ਵਿੱਚ ਭੁੱਲੇ ਹੋਏ ਨੇ, ਗਿਆਨ ਤੋਂ ਸਖਣੇ ਨੇ, ਅੰਨੇ ਨੇ। ਭਰਮ ਭੁੱਲੇ ਅਗਿਆਨੀ ਅੰਧਲੇ, ਭ੍ਰਮ ਭ੍ਰਮ ਫੁੱਲ ਤਰਾਵੇਂ, ਭਰਮਾਂ ਵਿੱਚ ਪੈ ਕੇ ਫੁੱਲ ਤੋੜਦੇ ਨੇ। ਕੀ ਕਰਦੇ ਨੇ? ਨਿਰਜੀਵ ਪੂਜ ਹੈ। ਫਿਰ ਉਹਨਾਂ ਫੁੱਲਾਂ ਨੂੰ ਨਿਰਜੀਵ ਦੇ ਕੋਲ ਭੇਟਾ ਕਰਦੇ ਨੇ। ਨਿਰਜੀਵ ਦਾ ਅਰਥ ਹੈ ਜਿਹਦੇ ਵਿੱਚ ਜਿੰਦ ਨਹੀਂ ਹੈ, ਪੱਥਰ। ਪੂਜਾ ਉਹਨੂੰ ਪੂਜਦੇ ਨੇ। ਮੜਾ ਸਰੇਵੈ, ਮੜੀਆਂ ਨੂੰ ਪੂਜਦੇ ਨੇ। ਕਹਿੰਦੇ ਇਹੋ ਜਿਹੇ ਲੋਕਾਂ ਦੀ ਘਾਲਣਾ ਇਹ ਕੀਤੀ ਹੋਈ ਬਿਅਰਥ ਹੀ ਜਾਂਦੀ ਹੈ। ਸਭ ਬਿਰਥੀ ਘਾਲ ਗਵਾਵੈ। ਇਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਤਾਂ ਨਹੀਂ ਕਰ ਸਕਦਾ। ਹੇ ਵਾਹਿਗੁਰੂ, ਧੂਪ ਦੀਪ ਨਹੀਂ ਬੇਦ ਹੈ ਬਾਸਾ। ਕਹਿੰਦੇ ਧੂਫ ਵੀ ਧੁਖਾਵਾਂ ਤੈਨੂੰ ਤਾਂ ਵੀ ਮੈਂ ਤੈਨੂੰ ਖੁਸ਼ ਨਹੀਂ ਕਰ ਸਕਦਾ। ਧੂਫ ਵੀ ਜਿਹੜੀ ਹੈ ਇਹ ਵੀ ਝੂਠੀ ਹੈ। ਦੀਪ ਜਗਾ ਦੇਵਾਂ, ਇਹਦੀ ਵੀ ਕੋਈ ਵੈਲਿਊ ਨਹੀਂ, ਕਿਉਂਕਿ ਇਹ ਤਾਂ ਘਿਓ ਖਰਾਬ ਕਰਨ ਵਾਲੀ ਗੱਲ ਹੈ। ਇਹ ਤੋਂ ਚੰਗਾ ਕਿਸੇ ਗਰੀਬ ਨੂੰ ਦੇ ਦਿਓ ਜਾਂ ਆਪ ਖਾ ਲਓ, ਉਹਦਾ ਤਾਂ ਕੋਈ ਲਾਭ ਹੈ। ਪਰ ਇਹਦਾ ਹੀ ਦੀਪ ਜਗਾਉਣ ਦੇ ਨਾਲ ਕਹਿੰਦੇ ਭਗਤ ਰਵਿਦਾਸ ਜੀ, ਹੇ ਪ੍ਰਮਾਤਮਾ, ਮੈਂ ਤੇਰੀ ਪੂਜਾ ਨਹੀਂ ਕਰ ਸਕਦਾ।
ਜਦੋਂ ਧੂਫ ਦੀ ਡੱਬੀ ਆਪਾਂ ਖੋਲ੍ਹਦੇ ਹਾਂ, ਅੱਗ ਨਹੀਂ ਵੀ ਲਗਾਈ, ਜਲਾਈ ਵੀ ਨਹੀਂ, ਵਾਸ਼ਨਾ ਤਾਂ ਪਹਿਲਾਂ ਹੀ ਸਾਨੂੰ ਆ ਜਾਂਦੀ ਹੈ। ਕਹਿੰਦੇ ਇਹ ਵੀ ਝੂਠੀ ਹੋ ਗਈ। ਧੂਪ ਦੀਪ ਨਹੀਂ ਬਿਦ ਹੈ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਤੇਰੇ ਦਾਸ ਹੈ ਵਾਹਿਗੁਰੂ, ਦੱਸ ਫਿਰ ਤੇਰੀ ਪੂਜਾ ਕਿਵੇਂ ਕਰਨ? ਇਸ ਤਰ੍ਹਾਂ ਤਾਂ ਤੇਰੀ ਪੂਜਾ ਨਹੀਂ ਹੋ ਸਕਦੀ, ਇਹ ਤਾਂ ਸਭ ਝੂਠੇ ਨੇ। ਤੈਨੂੰ ਸੁੱਚੇ ਪਦਾਰਥ ਦੀ ਜ਼ਰੂਰਤ ਹੈ। ਕਿਵੇਂ ਤੇਰੀ ਪੂਜਾ ਤੇਰੇ ਦਾਸ ਕਰਨ? ਤੇ ਰਵਿਦਾਸ ਜੀ ਨੇ ਫਿਰ ਆਪ ਹੀ ਆਖ ਦਿੱਤਾ ਵੀ ਰੱਬ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ। ਭਗਤ ਜੀ ਇਸੇ ਸ਼ਬਦ ਵਿੱਚ ਕਹਿੰਦੇ ਨੇ, ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਤਨ ਅਤੇ ਮਨ ਅਰਪਣ ਕਰਨਾ ਪੈਣਾ ਹੈ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸਿਰ ਮੰਗੇ, ਇਹ ਤਨ ਮਨ ਅਰਪਣ ਕਰਨ ਵਾਲੀ ਗੱਲ ਹੈ। ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਤੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁੜ ਸੁਜਾਨੀ। ਉਸ ਦੇ ਅੱਗੇ ਤਨ ਮਨ ਅਰਪਣ ਕਰਨ ਦੀ ਲੋੜ ਹੈ। ਇਹੀ ਪੂਜਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਖਿਆ ਵੀ ਪੂਜਾ ਕਿਵੇਂ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੀ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ, ਤੇਰਾ ਨਾਮ ਕਰੀ ਚਨ ਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰ ਲੈ, ਘਟ ਅੰਤਰ ਪੂਜਾ ਹੋਏ। ਇਹਦਾ ਅਰਥ ਕਹਿੰਦੇ ਲੋਕ ਚੰਦਨ ਦੀ ਲੱਕੜੀ ਨੂੰ ਪੱਥਰ ਤੇ ਘਸਾ ਕੇ ਮੂਰਤੀਆਂ ਨੂੰ ਤਿਲਕ ਲਗਾਉਂਦੇ ਨੇ, ਆਪਣੇ ਮੱਥੇ ਤੇ ਤਿਲਕ ਲਗਾਉਂਦੇ ਨੇ ਵੀ ਇਸ ਤਰ੍ਹਾਂ ਪੂਜਾ ਹੋ ਗਈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੈਂ ਕੀ ਕੀਤਾ, ਤੇਰਾ ਨਾਮ ਕਰੀ ਚਨ ਨਾਠੀਆ, ਹੇ ਵਾਹਿਗੁਰੂ ਤੇਰੇ ਨਾਮ ਨੂੰ ਮੈਂ ਚੰਦਨ ਦੀ ਲੱਕੜੀ ਬਣਾ ਲਈ। ਚਨ ਨਾਠੀਆ ਦਾ ਅਰਥ ਹੈ ਚੰਦਨ ਦੀ ਲੱਕੜੀ। ਜੇ ਮਨ ਉਰਸਾ ਹੋਏ, ਕਹਿੰਦੇ ਜੇ ਮਨ ਇਹ ਉਰਸਾ ਬਣ ਜਾਏ, ਉਰਸਾ ਉਸ ਪੱਥਰ ਨੂੰ ਕਹਿੰਦੇ ਨੇ ਜਿਸ ਤੇ ਚੰਦਨ ਦੀ ਲੱਕੜੀ ਨੂੰ ਘਸਾਇਆ ਜਾਂਦਾ ਹੈ। ਕਹਿੰਦੇ ਜੇ ਮਨ ਉਰਸਾ ਬਣ ਜਾਏ ਤਾਂ ਮੈਂ ਹੇ ਵਾਹਿਗੁਰੂ ਤੇਰੇ ਨਾਮ ਰੂਪੀ ਚੰਦਨ ਦੀ ਲੱਕੜੀ ਨੂੰ ਮਨ ਰੂਪੀ ਉਰਸੇ ਤੇ ਘਸਾਵਾਂ। ਭਾਵ ਅਰਥ ਕੀ ਹੈ ਕਿ ਮਨ ਕਰਕੇ ਮੈਂ ਤੇਰੇ ਨਾਮ ਨੂੰ ਜਪਾਂ, ਦਿਖਾਵਾ ਨਾ ਕਰਾਂ, ਮਨ ਕਰਕੇ ਤੇਰੇ ਨਾਮ ਨੂੰ ਜਪਾਂ। ਹੁਣ ਅੱਗੇ ਬਚਨ ਕਰ ਦਿੱਤਾ, ਕਰਨੀ ਕੁੰਗੂ। ਕੁੰਗੂ ਦਾ ਅਰਥ ਹੈ ਕੇਸਰ। ਕਹਿੰਦੇ ਚੰਗੀ ਕਰਨੀ ਵੀ ਮੈਂ ਬਣਾ ਲਵਾਂ ਨਾਲ, ਇਹ ਮੇਰਾ ਕੇਸਰ ਦਾ ਕੰਮ ਕਰੇਗੀ। ਜੇਰ ਲੈ, ਜੇ ਤਿੰਨੇ ਰਲ ਜਾਣ, ਮਨ, ਪਰਮਾਤਮਾ ਦਾ ਨਾਮ ਅਤੇ ਚੰਗੀ ਕਰਨੀ, ਇਹ ਤਿੰਨਾਂ ਦਾ ਸੁਮੇਲ ਹੋ ਜਾਏ। ਕਿਉਂਕਿ ਧਰਮ ਦੀ ਕਿਰਤ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਇਹ ਸੰਪੂਰਨ ਭਗਤੀ ਹੈ। ਕਈ ਰੱਬ ਰੱਬ ਤਾਂ ਬਹੁਤ ਕਰਦੇ ਨੇ, ਧਰਮ ਸਥਾਨਾਂ ਵਿੱਚ ਸਵੇਰੇ ਸ਼ਾਮ ਜਾਂਦੇ ਨੇ, ਪਰ ਦਿਹਾੜੀ ਵਿੱਚ ਉਹਨਾਂ ਦੀ ਕਿਰਤ ਧਰਮ ਦੀ ਨਹੀਂ ਹੁੰਦੀ, ਪਾਪਾਂ ਦੀ ਹੁੰਦੀ ਹੈ, ਪ੍ਰਪੰਚ ਦੀ ਹੁੰਦੀ ਹੈ। ਕਈ ਕਿਰਤ ਠੀਕ ਕਰਦੇ ਨੇ ਪਰ ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਨਾ ਕਿਸੇ ਧਰਮ ਸਥਾਨ ਦੇ ਵਿੱਚ ਜਾ ਕੇ ਸਾਧ ਸੰਗਤ ਕਰਦੇ ਨੇ, ਨਾ ਉਹਨਾਂ ਦਾ ਰੱਬ ਤੇ ਵਿਸ਼ਵਾਸ ਹੈ। ਉਹਨਾਂ ਨੂੰ ਵੀ ਗੁਰਮਤਿ ਦੇ ਅਨੁਸਾਰ ਪੂਰਨ ਨਹੀਂ ਆਖਿਆ ਗਿਆ। ਧਰਮ ਦੀ ਕਿਰਤ ਕਰਨੀ ਨਾਲ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਕੇ ਉਸ ਦਾ ਚਿੰਤਨ ਕਰਨਾ, ਹਮੇਸ਼ਾ ਇਹ ਹੈ ਸੰਪੂਰਨ ਭਗਤੀ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਜੇ ਮਨ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਜਾਏ ਔਰ ਚੰਗੀ ਕਰਨੀ ਵਿੱਚ ਸ਼ਾਮਲ ਹੋ ਜਾਏ, ਕਰਨੀ ਕੁੰਗੂ ਜੇਰ ਲੈ, ਫਿਰ ਕੀ ਹੋਏਗਾ, ਘਟ ਅੰਤਰ ਪੂਜਾ ਹੋਏ। ਫਿਰ ਤਾਂ ਹਿਰਦੇ ਦੇ ਅੰਦਰ ਹੀ ਸਮਝੋ ਰੱਬ ਦੀ ਪੂਜਾ ਹੋ ਗਈ। ਇਹ ਤਿਪ ਦਾ ਸ਼ਬਦ ਹੈ। ਅਗਲੀ ਇਸੇ ਪਦੇ ਦੀ ਇੱਕ ਪੰਕਤੀ ਹੋਰ ਹੈ ਤੇ ਉਸ ਪੰਕਤੀ ਵਿੱਚ ਮਹਾਰਾਜ ਨੇ ਦੋਨਾਂ ਪੰਕਤੀਆਂ ਦਾ ਨਿਚੋੜ ਕਰ ਦਿੱਤਾ, ਤੱਤ ਕੱਢ ਦਿੱਤਾ। ਤੇਰਾ ਨਾਮ ਕਰੀ ਚਨ ਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰ ਲੈ, ਘਟ ਅੰਤਰ ਪੂਜਾ ਹੋਏ। ਫਿਰ ਕਹਿੰਦੇ ਨੇ ਪੂਜਾ ਕੀਚੈ ਨਾਮ ਧਿਆਈਐ। ਜੇ ਪੂਜਾ ਰੱਬ ਦੀ ਕਰਨੀ ਹੈ ਤਾਂ ਨਾਮ ਧਿਆਣਾ ਪਏਗਾ। ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੇਂ ਪੂਜ ਨਾ ਹੋਏ। ਨਾਮ ਤੋਂ ਬਗੈਰ ਪੂਜਾ ਨਹੀਂ ਹੋਣੀ।
इस करके गुरु प्यारी साध संगत जी, भगत रविदास जी ने धर्म की किरत करदियां उस परमात्मा की होंद नूं मनदियां उस दा चिंतन किया, जिस दा फल यह होया कि भगत रविदास जी की बाणी श्री गुरु ग्रंथ साहिब महाराज विच अंकित हो गई। भगत रविदास जी भगतां की श्रेणी दे विच शामिल हो गए। श्री गुरु अर्जुन देव महाराज जी ने भगत रविदास जी की उस्तत दे विच यह भी बचन किया। एक बचन तो आप नाल पहला साझा किया, रविदास ते आए प्रभ अनूप, जो गुरु अर्जन देव महाराज जी ने कथन किया। फिर एक तां यह भी बचन करते ने, रविदास ढवंता ढोर नीत तिन त्यागी माया, प्रगट होआ साध संग हर दर्शन पाया। ये श्री गुरु अर्जन देव महाराज जी भगत रविदास जी के संबंध विच आख रहे हैं। रविदास जिहड़ा मरे हुए पशुओं नूं ढोंदा है, उन्हां दी खल उतार के फिर उस चमड़े दी जुत्तियां बना के वेचदा है। उसने की कीता? तिन त्यागी माया, माया त्याग दी, माया दी प्रीत त्याग दी। प्रगट हुआ साध संग, साध संगत दे विच भगत करके प्रगट हो गए। हर दर्शन पाया, हरि दा दर्शन उन्हां नूं प्राप्त होया। संत करमदास जिन्हां दा जिक्र दास ने पहला कीता हुणे, उन्होंने अपनी पोथी विच कथन किया, कहंदे बिच विचार पनिया को गंढ, कर प्रेम हित उत को बंड, जो कोई कछ दे सो लेई, जो नहीं दे यो ही गंढ देई। जुतियां गंढ रहे ने, बनांदे भी ने, गंढदे भी ने। जे कोई जुती गंढाण लई आ गया, उन्हें दे दिता तो लै लिया, जे उन्हें कुछ नहीं दिता, आख्या मेरे कोल नहीं है, इदां ही मुफ्त जुती गंढ देंदे ने। ये परोपकार है, लोड़वंदां दी लोड़ पूरी करन दा ढंग है। गुरु प्यारी साध संगत जी, धर्म की किरत करन वाला मनुख जिहड़ा है, उहदे अंदर जो शांति हुंदी है, वो पाप की किरत वाले कोल कदे नहीं होएगी। भगत रविदास जी नूं इस गल दा पता है। कहंदे ने कोई व्यक्ति उन्हां दी गरीबी नूं वेख के एक पारस दे के गया, भी तुसी इस पारस दे नाल लोहे नूं सोना बना बना के अमीर हो सकते हो। रविदास जी ने ना कर दी, क्योंकि गुरु अर्जन देव जी ने आख्या तिन त्यागी माया, ना कर दी। वो कहन लग्या नहीं रख लो। रविदास जी ने आख्या जिहड़ी मेरी झुंगी है ना, उहदे विच टंग दिओ। वो टंग के चला गया। तो कुछ समय बाद फिर आया, उन्हें सोचा भी रविदास तो हुण बड़ा अमीर हो गया होगा, पारस जो उहदे हथ आ गया है। पर जदों आया वेख्या रविदास जी उसे झुग्गी विच बैठे ने। हैरान होके पुछया भी पारस किथे है, तैनूं दे के गया सी? रविदास जी कहन लगे जिथे रख के गया सी उथे ही वेख लै। जदों ने वेख्या पारस उथे दा उथे पिया सी, रविदास जी ने हथ भी नहीं लाया। वो कहन लगा मैं बड़ा हैरान हाँ, जे पारस मैं किसी होर नूं देंदा तां हुण तक बहुत अमीर हो जाना सी। तैनूं पता भी सी इहदी खूबी दा, तूं फिर भी नहीं वरत्या। रविदास जी कहन लगे जो धर्म की किरत करके आनंद है ना, वो आनंद होर पास्यों नहीं मिल सकता। इस करके महाराज ने धर्म की किरत करन दा, परमात्मा का नाम जपण का उपदेश दिता है। गुरु प्यारी साध संगत जीओ, हुण देखो रविदास जी ने आप भी ये गल आखी, जो गुरु रामदास जी ने आखी, जो गुरु अर्जन देव जी ने आखी, जो भट्ट कल सहार ने आखी, रविदास जी ने भी ये गल आखी, मेरी जात कुट बांध ला, ढोर टवंते फिरह नित है बनारसी आस पासा। कहंदे अब विपर प्रधान ते करह डंडौत, तेरे नाम शरणाए रविदास दासा। मेरी जेरी जात है, ओदी जात दे कहंदे
ਜੁੱਤੀਆਂ ਬਣਾਉਣ ਦਾ ਕੰਮ ਕਰਦੇ ਨੇ, ਖੱਲ ਕੁੱਟਣ ਦਾ ਕੰਮ ਕਰਦੇ ਨੇ, ਕਿਉਂਕਿ ਨਰਮ ਕਰਨ ਲਈ ਖੱਲ ਨੂੰ ਕੁੱਟਣਾ ਪੈਂਦਾ ਹੈ। ਅੱਜ ਤੱਕ ਬਨਾਰਸ ਦੇ ਕਹਿੰਦੇ ਆਸ-ਪਾਸੇ ਕੰਮ ਕਰਦੇ ਨੇ। ਪਰ ਮੈਂ ਤੇਰੇ ਨਾਮ ਦੀ ਸ਼ਰਨ ਵਿੱਚ ਆ ਗਿਆ, ਤੇਰੀ ਸ਼ਰਨ ਵਿੱਚ ਆ ਗਿਆ, ਤੇਰਾ ਦਾਸ ਬਣ ਗਿਆ। ਹੁਣ ਇਹ ਜਿਹੜੇ ਵਿਪਰ ਸੀ ਨਾ, ਕਹਿੰਦੇ ਆ ਕੇ ਮੇਰੀ ਸ਼ਰਨ ਪੈ ਗਏ, ਮੇਰੇ ਪੈਰਾਂ ਤੇ ਮੱਥੇ ਟੇਕਦੇ ਨੇ। ਇਹ ਕਹਿੰਦੇ ਨੇ ਰਵਿਦਾਸ ਤੇਰੀ ਭਗਤੀ ਸੱਚੀ ਆ, ਅਸੀਂ ਤਾਂ ਦਿਖਾਵਾ ਹੀ ਕਰਦੇ ਨੇ। ਔਰ ਚਤੌੜ ਰਾਜੇ ਦੀ ਰਾਣੀ ਝਾਲੀ ਅਤੇ ਉਹਦੀ ਅੱਗੇ ਨੂੰਹ ਮੀਰਾਬਾਈ, ਇਹਨਾਂ ਨੇ ਬਨਾਰਸ ਜਾ ਕੇ ਸਾਰੇ ਬ੍ਰਾਹਮਣਾਂ ਨੂੰ ਜੋ ਪੁਜਾਰੀ ਸਨ ਉਹਨਾਂ ਦੇ ਜੀਵਨ ਨੂੰ ਵੇਖਿਆ ਤੇ ਲੋਭੀ ਬਹੁਤ ਨੇ, ਤੇ ਆਖਰ ਨੂੰ ਰਵਿਦਾਸ ਦੀ ਸ਼ਰਨ ਵਿੱਚ ਗਏ। ਰਾਣੀ ਝਾਲੀ ਰਵਿਦਾਸ ਦੀ ਚੇਲੀ ਬਣੀ, ਉਹਦੀ ਨੂੰਹ ਮੀਰਾਬਾਈ ਰਵਿਦਾਸ ਦੀ ਚੇਲੀ ਬਣੀ। ਭਾਵੇਂ ਉਥੋਂ ਦੇ ਬ੍ਰਾਹਮਣਾਂ ਨੇ ਇਤਰਾਜ਼ ਬੜਾ ਕੀਤਾ, ਪਰ ਰਾਣੀ ਨੇ ਇੱਕ ਨਹੀਂ ਸੁਣੀ। ਇਸ ਲਈ ਇਹ ਮੀਰਾਬਾਈ ਵੀ ਤੇ ਉਹਦੀ ਸੱਸ ਝਾਲੀ ਵੀ ਇੱਕ ਕ੍ਰਾਂਤੀਕਾਰੀ ਨੇ, ਜਿਨ੍ਹਾਂ ਨੇ ਉਸ ਵੇਲੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਰਵਿਦਾਸ ਨੂੰ ਆਪਣਾ ਮਾਰਗ ਦਰਸ਼ਨ ਬਣਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਪ੍ਰਮਾਤਮਾ ਦੀ ਭਗਤੀ ਕਰਦਿਆਂ ਧਰਮ ਦੀ ਕਿਰਤ ਕਰਕੇ ਉਹ ਮੁਰਾਤਬਾ ਪ੍ਰਾਪਤ ਕੀਤਾ ਜੋ ਕਿ ਕਿਸੇ ਉੱਚ ਜਾਤੀ ਦੇ ਲੋਕ ਨੂੰ ਪ੍ਰਾਪਤ ਨਹੀਂ ਹੋਇਆ, ਕਿਉਂਕਿ ਉਹ ਦਿਖਾਵਾ ਕਰਦੇ ਸੀ। ਇਹ ਨਹੀਂ ਵੀ ਉੱਚ ਜਾਤੀ ਦਾ ਇਸ ਤਰ੍ਹਾਂ ਭਗਤ ਰਵਿਦਾਸ ਜੀ ਦੀ ਵਰਗੀ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ, ਇਹੋ ਜਿਹਾ ਜੀਵਨ ਨਹੀਂ ਬਣਾ ਸਕਦਾ। ਜਿਸ ਵਿਅਕਤੀ ਨੇ ਨਾਮ ਜਪਿਆ ਹੈ, ਧਰਮ ਦੀ ਕਿਰਤ ਕੀਤੀ ਹੈ, ਉਹ ਇਸ ਮਰਾਤਬੇ ਤੇ ਪਹੁੰਚ ਸਕਦਾ ਹੈ, ਇਹੋ ਜਿਹੀ ਅਵਸਥਾ ਬਣਾ ਸਕਦਾ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇਹੀ ਸਾਨੂੰ ਸਮਝਾ ਰਹੇ ਨੇ। ਰਹਾਉ ਦੀ ਆਰੰਭਕ ਪੰਕਤੀ ਹੈ, ਅਬ ਹਰ ਰਾਖਨ ਹਾਰ ਚਿਤਾਰਿਆ। ਅਬ ਦਾ ਅਰਥ ਹੈ ਹੁਣ। ਕਹਿੰਦੇ ਮੈਂ ਜੋ ਵਿਸ਼ੇ ਵਿਕਾਰਾਂ ਤੋਂ, ਮਾਇਆ ਦੇ ਪ੍ਰਭਾਵ ਤੋਂ ਰੱਖਣ ਦੀ ਸਮਰੱਥਾ ਰੱਖਦਾ ਹੈ, ਮੈਂ ਉਸ ਨੂੰ ਚੇਤੇ ਕਰਨਾ ਸ਼ੁਰੂ ਕੀਤਾ ਹੈ। ਅਬ ਦਾ ਅਰਥ ਹੁਣ, ਭਾਵ ਅਰਥ ਹੈ ਇਸ ਮਨੁੱਖਾ ਜਨਮ ਦੇ ਵਿੱਚ, ਕਿਉਂਕਿ ਮਨੁੱਖਾ ਜਨਮ ਵਿੱਚ ਹੀ ਚਿਤਾਰਿਆ ਜਾ ਸਕਦਾ ਹੈ। ਇਸ ਮਨੁੱਖਾ ਜਨਮ ਵਿੱਚ ਮੈਂ ਹੁਣ ਵਿਸ਼ੇ ਵਿਕਾਰਾਂ ਤੋਂ ਬਚਾਉਣ ਵਾਲੇ ਪ੍ਰਮਾਤਮਾ ਨੂੰ ਮੈਂ ਚੇਤੇ ਕਰਨਾ ਸ਼ੁਰੂ ਕੀਤਾ ਹੈ। ਤੇ ਫਿਰ ਉਹਦਾ ਫਲ ਕੀ ਮਿਲਿਆ? ਕਹਿੰਦੇ ਪਤਿਤ ਪੁਨੀਤ ਕੀਏ ਖਿਨ ਭੀਤਰ। ਪਤ ਦਾ ਅਰਥ ਹੈ ਜੋ ਨੀਚ ਵਿਅਕਤੀ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਖੁੱਭਿਆ ਹੈ। ਕਹਿੰਦੇ ਚਿਤਾਰਨ ਦਾ ਸਦਕਾ ਇਹ ਫਲ ਮਿਲਦਾ ਹੈ ਕਿ ਉਹ ਪੁਨੀਤ ਖਿਨ ਦੇ ਵਿੱਚ ਹੀ ਬਣ ਜਾਂਦਾ ਹੈ। ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਖਿਨ ਵਿੱਚ। ਕਦੇ ਬੁਰੇ ਪਾਸੇ ਜਾ ਰਿਹਾ ਸੀ, ਬਸ ਮੋੜ ਕੱਟ ਲਿਆ, ਮੂੰਹ ਭੁਆ ਲਿਆ ਤੇ ਹੁਣ ਚੰਗੇ ਪਾਸੇ ਤੁਰਨਾ ਸ਼ੁਰੂ ਕਰ ਦਿੱਤਾ। ਖਿਨ ਵਿੱਚ ਜ਼ਿੰਦਗੀ ਬਦਲ ਗਈ। ਪਤਿਤ ਪੁਨੀਤ ਕੀਏ ਖਿਨ ਭੀਤਰ, ਸਗਲਾ ਰੋਗ ਬਿਦਾਰਿਆ। ਸਗਲਾ ਰੋਗ ਦਾ ਅਰਥ ਹੈ ਸਾਰੇ ਰੋਗ, ਜੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਚੁਗਲੀ, ਈਰਖਾ, ਵਿਤਕਰੇ ਵਾਲੀ ਭਾਵਨਾ, ਇਹ ਸਭ ਰੋਗ ਨੇ ਮਨੁੱਖ ਨੂੰ ਲੱਗੇ ਹੋਏ। ਇਹ ਕਹਿੰਦੇ ਫਿਰ ਜਦੋਂ ਪ੍ਰਭੂ ਨੂੰ ਮਨੁੱਖ ਚਿਤਾਰਦਾ ਹੈ, ਇਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਪਾਤਸ਼ਾਹ ਜੀ ਨੇ ਇਸ ਲਈ ਕਥਨ ਕਰ ਦਿੱਤਾ, ਸਰਬ ਰੋਗ ਕਾ ਔਖਦ ਨਾਮ। ਸਾਰੇ ਰੋਗਾਂ ਦੀ ਦਵਾਈ, ਔਸ਼ਧੀ ਪ੍ਰਭੂ ਦਾ ਨਾਮ ਹੈ। ਨਾਮ ਜਪਣ ਵਾਲਿਆਂ ਦੇ ਵਿੱਚ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਅਹੰਕਾਰ, ਨਾ ਉਹ ਕਿਸੇ ਦੀ ਨਿੰਦਾ ਕਰਦੇ, ਨਾ ਚੁਗਲੀ, ਨਾ ਈਰਖਾ ਰੱਖਦੇ, ਨਾ ਵਿਤਕਰਾ ਰੱਖਦੇ ਨੇ। ਉਹ ਤਾਂ ਸਭ ਹੈ ਜੋ ਜੋਤ ਹੈ ਸੋਏ ਵਾਲੀ ਭਾਵਨਾ ਬਣਾਉਂਦੇ ਹਨ। ਸਾਰਿਆਂ ਵਿੱਚ ਜੋਤ ਉਸੇ ਪ੍ਰਮਾਤਮਾ ਦੀ ਹੈ। ਉਹ ਕਿਸੇ ਜ਼ਾਤ ਪਾਤ ਕਰਕੇ, ਅਮੀਰੀ ਗਰੀਬੀ ਕਰਕੇ, ਰੰਗ ਨਸਲ ਕਰਕੇ, ਪਹਿਰਾਵੇ ਕਰਕੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਸਾਰਿਆਂ ਵਿੱਚ ਉਹ ਸਮਸਤ ਵਿੱਚ ਇੱਕ ਜੋਤ ਤੱਕਦੇ ਹਨ। ਇਸ ਲਈ ਮਹਾਰਾਜ ਕਹਿੰਦੇ ਨੇ, ਪਤਿਤ ਮਨੁੱਖ ਵੀ ਖਿਨ ਵਿੱਚ ਹੀ ਪੁਨੀਤ ਹੋ ਸਕਦਾ ਹੈ।
ਅਤੇ ਉਹਦੇ ਸਾਰੇ ਇਹ ਵਿਸ਼ੇ ਵਿਕਾਰਾਂ ਦੇ ਰੋਗ ਖਤਮ ਹੋ ਸਕਦੇ ਨੇ। ਤੇ ਇੱਥੇ ਜੋ ਹੋ ਚੁੱਕਿਆ ਉਹਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਰੱਬ ਨੇ, ਪਰਮਾਤਮਾ ਨੇ ਮੇਰੇ ਸਾਰੇ ਰੋਗ ਕੱਟ ਦਿੱਤੇ, ਮੈਨੂੰ ਪਤਤ ਤੋਂ ਪੁਨੀਤ ਵਾਲਾ ਜੀਵਨ ਬਣਾ ਦਿੱਤਾ ਹੈ। ਅੱਗੇ ਸ਼ਬਦ ਵੀ ਪੰਕਤੀ ਹੈ, ਗੋਸ਼ਟ ਭਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਗੋਸ਼ਟ ਦਾ ਅਰਥ ਹੈ ਗੱਲਬਾਤ। ਜਦੋਂ ਆਪਾਂ ਕਿਸੇ ਨਾਲ ਕੋਈ ਗੱਲਬਾਤ ਕਰਦੇ ਹਾਂ, ਸਮਝ ਲਓ ਗੋਸ਼ਟੀ ਕਰ ਰਹੇ ਹਾਂ। ਜੋ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਨਾਲ ਅਧਿਆਤਮਕ ਪੱਖ ਦੀ ਗੱਲਬਾਤ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਉਸ ਦਾ ਨਾਂ ਵੀ ਗੋਸ਼ਟੀ ਰੱਖਿਆ। ਜਿਹੜੀ ਸਿੱਧ ਗੋਸ਼ਟ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ, ਉਹ ਸਿੱਧਾਂ ਦੇ ਨਾਲ ਗੋਸ਼ਟੀ ਵਾਲੀ ਹੈ, ਗੱਲਬਾਤ ਵਾਲੀ ਹੈ। ਸਿੱਧ ਗੋਸ਼ਟ ਦਾ ਹੀ ਅਰਥ ਹੈ ਸਿੱਧਾਂ ਨਾਲ ਗੋਸ਼ਟੀ, ਸਿੱਧਾਂ ਨਾਲ ਕੀਤੀ ਹੋਈ ਗੱਲਬਾਤ। ਜੋ ਸਿੱਧਾਂ ਨੇ ਪ੍ਰਸ਼ਨ ਕੀਤੇ, ਜੋ ਮਹਾਰਾਜ ਨੇ ਜਵਾਬ ਦਿੱਤੇ, ਉਹ ਇਸ ਬਾਣੀ ਵਿੱਚ ਅੰਕਿਤ ਨੇ। ਗੋਸ਼ਟ ਭਈ ਸਾਧ ਕੈ ਸੰਗਮ, ਕਹਿੰਦੇ ਹੁਣ ਗੁਰੂ ਜੀ ਦੇ ਨਾਲ ਮਿਲਾਪ ਹੋ ਗਿਆ। ਸੰਗਮ ਦਾ ਅਰਥ ਹੈ ਮਿਲਾਪ। ਪਰ ਕਦੋਂ? ਜਦੋਂ ਸਾਧੂ ਜਨਾਂ ਦੇ ਨਾਲ ਗੋਸ਼ਟੀ ਹੋਣੀ ਸ਼ੁਰੂ ਹੋਈ, ਉਹਨਾਂ ਦੇ ਪ੍ਰਵਚਨ ਸੁਣਨੇ ਆਰੰਭ ਕੀਤੇ, ਭਾਵ ਸਾਧ ਸੰਗਤ ਕਰਨੀ ਆਰੰਭ ਕਰ ਦਿੱਤੀ, ਫਿਰ ਜੀਵਨ ਇਹੋ ਜਿਹਾ ਬਣ ਗਿਆ, ਕਾਮ ਕ੍ਰੋਧ ਲੋਭ ਸਾਰੇ ਦਾ ਸਾਰਾ ਮਾਰਿਆ ਗਿਆ, ਖਤਮ ਹੋ ਗਿਆ। ਇੱਥੇ ਤਿੰਨਾਂ ਦਾ ਜ਼ਿਕਰ ਹੈ, ਕਾਮ ਕ੍ਰੋਧ ਲੋਭ। ਮੋਹ ਅਤੇ ਅਹੰਕਾਰ ਦਾ ਜ਼ਿਕਰ ਨਹੀਂ, ਪਰ ਇਹ ਭਾਵ ਇਹੀ ਹੈ, ਵਿਸ਼ੇ ਵਿਕਾਰ ਸਾਰੇ ਹੀ। ਪਿੰਗਲ ਦੇ ਨਿਯਮ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਤਿੰਨਾਂ ਦਾ ਜ਼ਿਕਰ ਕੀਤਾ ਮੁੱਖ, ਪਰ ਹੈ ਸਾਰਿਆਂ ਦਾ ਜ਼ਿਕਰ, ਵੀ ਸਾਰੇ ਹੀ ਖਤਮ ਹੋ ਜਾਂਦੇ ਨੇ। ਇਹਦਾ ਭਾਵ ਨਹੀਂ ਕੇਵਲ ਕਾਮ ਕ੍ਰੋਧ ਲੋਭ ਹੀ ਮਾਰਿਆ ਜਾਂਦਾ ਹੈ, ਹੰਕਾਰ ਵੀ ਮਾਰਿਆ ਜਾਂਦਾ ਹੈ, ਮੋਹ ਵੀ ਮਾਰਿਆ ਜਾਂਦਾ ਹੈ। ਇਸ ਨੂੰ ਵਿਦਵਾਨਾਂ ਦੀ ਭਾਸ਼ਾ ਵਿੱਚ ਕੜਾਹੀ ਚੱਕ ਕਹਿੰਦੇ ਨੇ। ਜਿਵੇਂ ਇੱਕ ਦੇਲੀ ਦੀਪਕ ਹੁੰਦਾ ਹੈ, ਵੀ ਉਸ ਸ਼ਬਦਾਰਥ ਸ਼ਬਦ ਦੀ ਪਹਿਲੀ ਆਰੰਭ ਦੀ ਪੰਕਤੀ ਨਾਲ ਵੀ ਹੁੰਦਾ ਹੈ ਤੇ ਅਖੀਰਲੀ ਪੰਕਤੀ ਨਾਲ ਵੀ ਹੁੰਦਾ ਹੈ। ਉਸ ਨੂੰ ਕਿਹਾ ਜਾਂਦਾ ਹੈ ਦੇਲੀ ਦੀਪਕ। ਜਿਵੇਂ ਦਹਲੀਜ਼ ਦੇ ਉੱਤੇ ਦੀਪ ਜਗਾ ਦਿਆ ਜਾਏ ਤੇ ਉਹਦਾ ਪ੍ਰਕਾਸ਼ ਅੰਦਰ ਵੀ ਹੁੰਦਾ ਤੇ ਬਾਹਰ ਵੀ ਹੁੰਦਾ ਹੈ, ਇਸ ਤਰ੍ਹਾਂ ਇਹਨੂੰ ਕੜਾਹੀ ਕਿਹਾ ਜਾਂਦਾ ਹੈ। ਵੀ ਕੜਾਹੀ ਦੇ ਦੋ ਕੁੰਡੇ ਨੇ ਤੇ ਦੋਹਾਂ ਨੂੰ ਚੁੱਕ ਲਓ, ਕੜਾਹੀ ਵੀ ਚੁੱਕੀ ਜਾਂਦੀ ਹੈ, ਕੜਾਹੀ ਵਿੱਚ ਜੋ ਪਦਾਰਥ ਪਿਆ ਉਹ ਵੀ ਚੁੱਕਿਆ ਜਾਂਦਾ ਹੈ। ਇਸ ਤਰ੍ਹਾਂ ਇੱਥੇ ਤਿੰਨਾਂ ਦਾ ਜ਼ਿਕਰ ਹੈ, ਇਹ ਕੜਾਹੀ ਚੱਕ ਭਾਵ ਹੈ ਬਈ ਤਿੰਨਾਂ ਦਾ ਜ਼ਿਕਰ, ਪਰ ਅਰਥ ਸਾਰਿਆਂ ਦਾ ਹੀ ਹੈ। ਇਹ ਨਹੀਂ ਵੀ ਕਾਮ ਕ੍ਰੋਧ ਲੋਭ ਤਿੰਨੇ ਮਾਰੇ ਜਾਣਗੇ, ਨਹੀਂ, ਮੋਹ ਵੀ ਮਾਰਿਆ ਜਾਏਗਾ, ਅਹੰਕਾਰ ਵੀ ਮਾਰਿਆ ਜਾਏਗਾ, ਨਿੰਦਾ ਚੁਗਲੀ ਵਾਲਾ, ਇਹ ਵਿਤਕਰੇ ਵਾਲਾ, ਇਹ ਵੀ ਸਾਰਾ ਖਤਮ ਹੋ ਜਾਏਗਾ। ਪਰ ਕਦੋਂ? ਜਦੋਂ ਗੋਸ਼ਟ ਭਈ ਸਾਧ ਕੈ ਸੰਗਮ। ਮਹਾਰਾਜ ਅੱਗੇ ਆਖਦੇ ਨੇ, ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਨਾਰਾਇਣ ਦਾ ਅਖਰੀ ਅਰਥ ਹੈ ਜਿਸ ਦਾ ਪਾਣੀ ਵਿੱਚ ਘਰ ਹੈ। ਨਾਰ ਕਹਿੰਦੇ ਨੇ ਪਾਣੀ ਨੂੰ, ਆਇਨ ਦਾ ਅਰਥ ਹੈ ਘਰ, ਜਿਸ ਦਾ ਪਾਣੀ ਵਿੱਚ ਘਰ ਹੈ। ਗੁਰੂ ਸਾਹਿਬ ਜੀ ਨੇ ਇਸ ਨਾਰਾਇਣ ਸ਼ਬਦ ਦੇ ਅਰਥ ਆਪਣੇ ਤੌਰ ਤੇ ਬਣਾਏ ਨੇ, ਵੀ ਜੋ ਸਾਰਿਆਂ ਵਿੱਚ ਨਿਵਾਸ ਰੱਖਦਾ ਹੈ, ਕੇਵਲ ਪਾਣੀ ਵਿੱਚ ਨਹੀਂ, ਸਾਰੀਆਂ ਥਾਵਾਂ ਤੇ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨ ਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਨਾਰਾਇਣ ਨੂੰ ਜਦੋਂ ਸਿਮਰਿਆ ਜਾਏ, ਕਹਿੰਦੇ ਫਿਰ ਤਾਂ ਜਿਹੜੇ ਸੰਗਤ ਕਰਨ ਵਾਲੇ ਨੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਸੰਗੀ ਸਗਲੇ ਤਾਰਿਆ, ਜਿਹੜੇ ਜਿਹੜੇ ਸੰਗਤ ਵਿੱਚ ਆ ਜਾਣ, ਕਹਿੰਦੇ ਉਹਨਾਂ ਦਾ ਵੀ ਉਧਾਰ ਹੁੰਦਾ ਹੈ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਔਖਦ ਦਾ ਅਰਥ ਹੈ ਦਵਾਈ, ਮੰਤਰ ਮੂਲ ਮਨ ਏਕੈ। ਸਤਿਗੁਰੂ ਜੀ ਆਖਦੇ ਹਨ, ਪਰਮਾਤਮਾ ਦਾ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਜੜ ਹੈ, ਸਾਰੀਆਂ ਦਵਾਈਆਂ ਦਾ। ਮਨ ਵਿਸ਼ਵਾਸ ਪ੍ਰਭ ਧਾਰਿਆ, ਮੈਂ ਮਨ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਧਾਰਨ ਕੀਤਾ ਹੈ। ਇਹ ਪਰਪੱਕ ਹੈ ਵੀ ਪਰਮਾਤਮਾ ਦਾ ਨਾਮ
ਜੋ ਹੈ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਰੋਗਾਂ ਤੇ ਭਾਰੂ ਹੈ। ਕਾਮ ਨੂੰ ਵੀ ਖਤਮ ਕਰਨ ਲਈ ਨਾਮ, ਕ੍ਰੋਧ ਨੂੰ ਵੀ ਖਤਮ ਕਰਨ ਲਈ ਨਾਮ, ਲੋਭ ਨੂੰ ਵੀ, ਮੋਹ ਅਹੰਕਾਰ, ਸਾਰੇ ਔਗਣਾਂ ਨੂੰ ਖਤਮ ਕਰਨ ਦੇ ਲਈ ਇੱਕ ਪ੍ਰਮਾਤਮਾ ਦਾ ਨਾਮ ਹੀ ਮੂਲ ਦਵਾਈ ਹੈ। ਇਹ ਮੈਂ ਵਿਸ਼ਵਾਸ ਇਦਾਂ ਪਕਾਇਆ ਹੈ। ਤੇ ਸਾਰੇ ਮੰਤਰਾਂ ਦਾ ਮੂਲ ਵੀ ਉਹੀ ਹੈ, ਪ੍ਰਮਾਤਮਾ ਦਾ ਨਾਮ। ਸ਼ਬਦ ਦੀ ਅਖੀਰਲੀ ਪੰਕਤੀ ਹੈ, ਚਰਨ ਰੇਨ ਬਾਂਛੈ ਨਿਤ ਨਾਨਕ, ਪੁਨਹ ਪੁਨਹ ਬਲਿਹਾਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰ ਰਹੇ ਨੇ, ਕਹਿੰਦੇ ਮੈਂ ਨਾਨਕ ਉਸ ਮਨੁੱਖ ਦੇ ਚਰਨਾਂ ਦੀ ਸਦਾ ਧੂੜ ਮੰਗਦਾ ਹਾਂ। ਚਰਨ ਰੇਨ ਭਾਵ ਉਹਦੀ ਸੰਗਤ ਮੰਗਦਾ ਹਾਂ, ਮੈਂ ਉਹਦੇ ਨਾਲ ਸਦਾ ਜੁੜਿਆ ਰਹਾ, ਉਹਦੀ ਸੰਗਤ ਕਰਦਾ ਰਹਾ, ਚਰਨ ਧੂੜ ਮੰਗਦਾ ਹਾਂ। ਜੋ ਪ੍ਰਭੂ ਦੇ ਨਾਮ ਨੂੰ ਜਪਦਾ ਹੈ ਤੇ ਮੈਂ ਮੁੜ ਮੁੜ ਕੇ ਬਾਰ-ਬਾਰ ਉਹ ਤੋਂ ਸਦਕੇ ਜਾਂਦਾ। ਪੁਨः ਪੁਨः ਦਾ ਅਰਥ ਹੈ ਮੁੜ ਮੁੜ ਕੇ, ਦੁਬਾਰਾ ਦੁਬਾਰਾ। ਬਲਹਾਰਿਆ ਸਦਕੇ ਜਾਂਦਾ ਹਾਂ। ਉਹ ਜਖਰੀ ਅਰਥ ਦਾ ਬਲਹਾਰ ਦਾ ਬਣੇਗਾ ਬਲਹਾਰ ਦੇਣਾ, ਵੀ ਉਹਦੇ ਅੱਗੇ ਜਾ ਕੇ ਮੈਂ ਆਪਣਾ ਬਲਹਾਰ ਦਿੱਤਾ। ਕਮਜ਼ੋਰ ਪੈ ਗਿਆ, ਉਹ ਮੇਰੇ ਤੋਂ ਵੱਡਾ ਹੈ, ਮੈਂ ਉਹ ਤੋਂ ਛੋਟਾ ਹਾਂ। ਭਾਵ ਅਰਥ ਸਦਕੇ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮੈਂ ਉਸ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਉਸ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਇਹੋ ਜਿਹਾ ਵਿਸ਼ਵਾਸ ਧਾਰਨ ਕਰ ਲਿਆ ਕਿ ਸਾਰੇ ਰੋਗਾਂ ਦਾ ਮੂਲ ਦਵਾਈ ਪ੍ਰਮਾਤਮਾ ਦਾ ਨਾਮ ਹੈ। ਸ਼ਬਦ ਦਾ ਜਿਹੜਾ ਸਮੁੱਚਾ ਤੇ ਸੰਖੇਪ ਭਾਵ ਹੈ, ਜਦੋਂ ਵਿਸ਼ੇ ਵਿਕਾਰਾਂ ਤੋਂ ਬਚਾਉਣ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਮਨੁੱਖ ਚੇਤੇ ਰੱਖਦਾ ਹੈ ਤਾਂ ਉਹ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਪਤਿਤ ਬਣ ਜਾਂਦੇ ਨੇ, ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਦਾ ਰੂਪ ਬਣ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚੋਂ ਵਿਸ਼ੇ ਵਿਕਾਰ ਸਾਰੇ ਖਤਮ ਹੋ ਜਾਂਦੇ ਨੇ। ਇਹ ਸ਼ਬਦ ਦੀ ਸੰਖੇਪ ਵਿਆਖਿਆ ਹੈ। ਸਮੇਂ ਅਨੁਸਾਰ ਇੱਥੇ ਹੀ ਦਾਸ ਵਿਚਾਰ ਨੂੰ ਸਮਾਪਤ ਕਰ ਰਿਹਾ ਹੈ। ਅਖੀਰ ਦੇ ਵਿੱਚ ਅੱਜ ਦੁਬਾਰਾ ਫਿਰ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਆਪ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਸ ਤਰ੍ਹਾਂ ਦੀ ਭਗਤੀ ਸਾਨੂੰ ਬਖਸ਼ਿਸ਼ ਕਰਨ ਤਾਂ ਕਿ ਇਹ ਮਨੁੱਖਾ ਜਨਮ ਜੋ ਹੀਰੇ ਵਰਗਾ ਮਿਲਿਆ ਹੈ ਸਫਲ ਹੋ ਸਕੇ। ਜਿਵੇਂ ਸ਼ੇਖ ਫਰੀਦ ਜੀ ਨੇ ਅਰਦਾਸ ਕੀਤੀ ਹੈ, ਉਸ ਤਰ੍ਹਾਂ ਆਓ ਆਪਾਂ ਵੀ ਅਰਦਾਸ ਕਰੀਏ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਹੋਈਆਂ ਭੁੱਲਾਂ ਤੋਂ ਖਿਮਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।